ਤੁਸੀਂ ਸੁਣ ਰਹੇ ਹੋ ਪੰਜਾਬੀ ਰੇਡੀਓ USA ਤੇ ਸਿੱਖ ਇਤਿਹਾਸ ਦੇ ਵਿੱਚ ਅੱਜ ਦਾ ਦਿਨ ਅੱਜ 13 ਮਈ ਹੈ। 13 ਮਈ 1708 20 ਫਰਵਰੀ 1797 ਦੇ ਦਿਨ ਔਰੰਗਜ਼ੇਬ ਦੀ ਮੌਤ ਤੋਂ ਪਿੱਛੋਂ ਉਸ ਦੇ ਪੁੱਤਰਾਂ ਦੇ ਵਿੱਚ ਬਾਦਸ਼ਾਹ ਬਣਨ ਵਾਸਤੇ ਜੰਗ ਸ਼ੁਰੂ ਹੋ ਗਈ। ਇਹਨਾਂ ਦੇ ਵਿੱਚੋਂ ਮੁਅੱਜ਼ਮ ਮਗਰੋਂ ਬਹਾਦਰ ਸ਼ਾਹ ਸਭ ਤੋਂ ਵੱਡਾ ਸੀ। ਉਹ ਉਸ ਵੇਲੇ ਜਮਰੌਦ ਦੇ ਵਿੱਚ ਸੀ ਅਤੇ ਉਸ ਦਾ ਦੂਜਾ ਭਰਾ ਤਾਰਾ ਆਜ਼ਮ ਦੱਖਣ ਦੇ ਵਿੱਚ ਸੀ। ਇਸ ਗੱਦੀ ਦੀ ਸਭ ਤੋਂ ਅਹਿਮ ਲੜਾਈ ਜਜਾਊ ਦੀ ਲੜਾਈ ਤੋਂ ਪਹਿਲਾਂ ਗੁਰੂ ਜੀ ਦਾ ਰਾਬਤਾ ਸ਼ਾਇਦ ਭਾਈ ਨੰਦ ਲਾਲ ਰਾਹੀਂ ਬਹਾਦਰ ਸ਼ਾਹ ਦੇ ਨਾਲ ਬਣ ਗਿਆ ਅਤੇ ਗੁਰੂ ਸਾਹਿਬ ਨੇ ਤਖਤ ਹਾਸਲ ਕਰਨ ਦੇ ਵਿੱਚ ਜਜਾਊ ਦੀ ਲੜਾਈ 8 ਜੂਨ 1707 ਦੇ ਵਿੱਚ ਉਸ ਦੀ ਮਦਦ ਵੀ ਕੀਤੀ। 23 ਜੁਲਾਈ 1707 ਦੇ ਦਿਨ ਬਹਾਦਰ ਸ਼ਾਹ ਨੇ ਗੁਰੂ ਸਾਹਿਬ ਨੂੰ ਦਰਬਾਰ ਦੇ ਵਿੱਚ ਬੁਲਾ ਕੇ ਉਹਨਾਂ ਨੂੰ ਖਿਲਤ, ਜਿਸ ਦੀ ਕੀਮਤ ਉਦੋਂ 60,000 ਰੁਪਏ ਸੀ, ਭੇਂਟ ਕੀਤੀ। ਇਸ ਮੁਲਾਕਾਤ ਦੇ ਵਿੱਚ ਬਹਾਦਰ ਸ਼ਾਹ ਨੇ ਵਾਅਦਾ ਕੀਤਾ ਕਿ ਉਹ 1705 ਦੇ ਵਿੱਚ ਗੁਰੂ ਸਾਹਿਬ ਦਾ ਪਰਿਵਾਰ ਸ਼ਹੀਦ ਕਰਨ ਵਾਲਿਆਂ ਅਤੇ ਅਨੰਦਪੁਰ ਸਾਹਿਬ ਤੇ ਹਮਲਾ ਕਰਨ ਵਾਲਿਆਂ ਨੂੰ ਸਜ਼ਾ ਦੇਵੇਗਾ। ਪਰ ਇਸੇ ਦੌਰਾਨ ਬਹਾਦਰ ਸ਼ਾਹ ਨੂੰ ਅਜਮੇਰ ਅਤੇ ਜੈਪੁਰ ਦੇ ਰਾਜਪੂਤਾਂ ਦੀ ਬਗਾਵਤ ਨੂੰ ਦਬਾਉਣ ਵਾਸਤੇ ਰਾਜਪੂਤਾਨੇ ਵੱਲ ਜਾਣਾ ਪੈ ਗਿਆ। ਉਸ ਨੇ ਗੁਰੂ ਗੋਬਿੰਦ ਸਿੰਘ ਸਾਹਿਬ ਨੂੰ ਇਹ ਵੀ ਆਖ ਕੇ ਨਾਲ ਲੈ ਗਿਆ ਕਿ ਉਹ ਰਸਤੇ ਦੇ ਵਿੱਚ ਬਾਕੀ ਸਾਰਾ ਕੁਝ ਵਿਚਾਰ ਲੈਣਗੇ। ਬਹਾਦਰ ਸ਼ਾਹ ਅਜੇ ਰਾਜਪੂਤਾਂ ਦੇ ਨਾਲ ਸਹਿਜੀ ਰਿਹਾ ਸੀ ਕਿ ਉਸ ਨੂੰ ਆਪਣੇ ਤੀਜੇ ਭਰਾ ਕਾਮ ਬਖਸ਼ ਦੀ ਬਗਾਵਤ ਦੀ ਖਬਰ ਮਿਲੀ। ਉਹ ਇਸ ਨਵੀਂ ਬਗਾਵਤ ਨੂੰ ਦਬਾਉਣ ਵਾਸਤੇ ਦੱਖਣ ਵੱਲ ਚੱਲ ਪਿਆ। ਗੁਰੂ ਜੀ ਵੀ ਉਸ ਦੇ ਨਾਲ ਚੱਲਦੇ ਗਏ। ਉਧਰ ਗੁਰੂ ਸਾਹਿਬ ਅਤੇ ਬਹਾਦਰ ਸ਼ਾਹ ਦੀ ਨੇੜਤਾ ਦਾ ਸੂਬੇਦਾਰ ਵਜ਼ੀਰ ਖਾਨ ਨੂੰ ਵੀ ਪਤਾ ਲੱਗ ਗਿਆ। ਉਸ ਨੇ ਚੋਖੀ ਰਕਮ ਦੇ ਕੇ ਆਪਣੇ ਨੁਮਾਇੰਦੇ ਅਤੇ ਸੂਏ ਪਠਾਨ ਸਿਪਾਹੀ ਦੱਖਣ ਵੱਲ ਨੂੰ ਤੋਰ ਦਿੱਤੇ। ਗੁਰੂ ਸਾਹਿਬ ਅਤੇ ਬਹਾਦਰ ਸ਼ਾਹ ਦੇ ਕਾਫਲੇ 13 ਮਈ 1708 ਦੇ ਦਿਨ ਬੁਰਹਾਨਪੁਰ ਪੁੱਜੇ। ਵਜ਼ੀਰ ਖਾਨ ਦੇ ਨੁਮਾਇੰਦਿਆਂ ਦਾ ਮੇਲ ਬਾਦਸ਼ਾਹ ਦੇ ਨਾਲ ਬੁਰਹਾਨਪੁਰ ਜਾਂ ਇਸ ਤੋਂ ਕੁਝ ਚਿਰ ਮਗਰੋਂ ਹੀ ਹੋਇਆ ਹੋਵੇਗਾ, ਕਿਉਂਕਿ ਬਹਾਦਰ ਸ਼ਾਹ ਮਈ 1708 ਦੇ 2 ਹਫ਼ਤੇ ਨਰਮਦਾ ਦਰਿਆ ਦੇ ਵਿੱਚ ਹੜ੍ਹ ਆਏ ਹੋਣ ਕਰਕੇ ਬੁਰਹਾਨਪੁਰ ਦੇ ਵਿੱਚ ਹੀ ਰੁਕਿਆ ਰਿਹਾ। ਵਜ਼ੀਰ ਖਾਨ ਦੇ ਏਲਚੀਆਂ ਨੇ ਮਿਲੀ ਰਕਮ ਕਰਕੇ ਬਹਾਦਰ ਸ਼ਾਹ ਦੀ ਨੀਅਤ ਬਦਲ ਗਈ ਅਤੇ ਉਸ ਨੇ ਗੁਰੂ ਸਾਹਿਬ ਤੋਂ ਦੂਰ ਰਹਿਣਾ ਸ਼ੁਰੂ ਕਰ ਦਿੱਤਾ। ਵਜ਼ੀਰ ਖਾਨ ਦੀ ਭੇਜੀ ਰਕਮ ਕਰਕੇ ਹੁਣ ਉਹ ਉਸ ਦੇ ਖਿਲਾਫ ਐਕਸ਼ਨ ਨਹੀਂ ਸੀ ਲੈਣਾ ਚਾਹੁੰਦਾ। ਗੁਰੂ ਸਾਹਿਬ ਤੇ ਬਹਾਦਰ ਸ਼ਾਹ ਦੀ ਆਖਰੀ ਮੁਲਾਕਾਤ ਤਾਪਤੀ ਦਰਿਆ ਪਾਰ ਕਰਨ 25 ਜੂਨ 1708 ਮਗਰੋਂ ਬਾਲਾਪੁਰ ਦੇ ਵਿੱਚ ਅਗਸਤ 1708 ਦੇ ਵਿੱਚ ਹੋਈ। ਇਸ ਮੁਲਾਕਾਤ ਦੇ ਵਿੱਚ ਗੁਰੂ ਸਾਹਿਬ ਨੇ ਜਾਣ ਲਿਆ ਕਿ ਬਹਾਦਰ ਸ਼ਾਹ ਆਪਣੇ ਕੌਲਾਂ ਤੋਂ ਮੁੱਕਰ ਗਿਆ ਹੈ। ਇਸ ਕਰਕੇ ਗੁਰੂ ਸਾਹਿਬ ਨੇ ਬਹਾਦਰ ਸ਼ਾਹ ਦਾ ਸਾਥ ਛੱਡ ਦਿੱਤਾ। ਬਹਾਦਰ ਸ਼ਾਹ 24 ਅਗਸਤ 1708 ਨੂੰ ਦਰਿਆ ਬਾਣਗੰਗਾ ਪਾਰ ਕਰਕੇ ਅੱਗੇ ਨਿਕਲ ਗਿਆ ਅਤੇ ਗੁਰੂ ਸਾਹਿਬ ਨੰਦੇੜ ਦੇ ਵਿੱਚ ਰੁਕ ਗਏ। ਗੁਰੂ ਸਾਹਿਬ ਨੇ ਫੈਸਲਾ ਕੀਤਾ ਕਿ ਬਾਦਸ਼ਾਹ ਤੋਂ ਆਸ ਛੱਡ ਕੇ ਆਪ ਇਨਸਾਫ ਕਾਇਮ ਕੀਤਾ ਜਾਵੇ। 13 ਮਈ 1984 ਰਮੇਸ਼ ਦੇ ਕਤਲ ਤੋਂ ਮਗਰੋਂ ਅਗਲੇ ਦਿਨ 13 ਮਈ 1984 ਦੇ ਦਿਨ CRPF ਦੀ ਕਮਾਨ ਅਤੇ ਹਿਫਾਜ਼ਤ ਹੇਠ ਕੁਝ ਧੜਿਆਂ ਨੇ ਜਲੰਧਰ ਦੇ ਵਿੱਚ ਜਲੂਸ ਕੱਢਿਆ। ਕੁਝ ਫਿਰਕੂ ਲੋਕਾਂ ਨੇ ਸਿੱਖਾਂ ਦੀਆਂ ਦੁਕਾਨਾਂ ਲੁੱਟ ਲਈਆਂ ਅਤੇ ਇਸ ਦਾ ਇਲਜ਼ਾਮ ਹਿੰਦੂ ਪੱਖੀ ਧੜਿਆਂ ਉੱਤੇ ਲੱਗਿਆ। ਕਈ ਸਿੱਖਾਂ ਨੂੰ ਪੱਥਰ ਅਤੇ ਲਾਠੀਆਂ ਮਾਰ-ਮਾਰ ਕੇ ਜ਼ਖਮੀ ਕਰ ਦਿੱਤਾ ਗਿਆ, ਪਰ ਪੁਲਿਸ ਨੇ ਇਸ ਮਾਮਲੇ ਦੇ ਵਿੱਚ ਇੱਕ ਵੀ ਸ਼ਰਾਰਤੀ ਅੰਸਰ ਜਾਂ ਫਿਰਕਾ ਪ੍ਰਸਤ ਨੂੰ ਗ੍ਰਿਫਤਾਰ ਨਹੀਂ ਕੀਤਾ। 13 ਮਈ 1988 9 ਮਈ ਨੂੰ ਸ਼ੁਰੂ ਹੋਏ ਬਲੈਕ ਥੰਡਰ ਆਪਰੇਸ਼ਨ ਦੇ ਹੇਠ ਦਰਬਾਰ ਸਾਹਿਬ ਤੇ ਫੌਜੀ ਧਾਵੇ ਦਾ ਚੌਥਾ ਦਿਨ ਸੀ। 9 ਮਈ ਤੋਂ 12 ਮਈ ਤੱਕ 4 ਦਿਨ ਲਗਾਤਾਰ ਫਾਇਰਿੰਗ ਹੁੰਦੀ ਰਹੀ। ਇਸੇ ਦਿਨ ਪਾਣੀ ਦੀ ਟੈਂਕੀ ਤੇ ਫੌਜ ਦਾ ਕਬਜ਼ਾ ਹੋਣ ਦੇ ਨਾਲ ਖਾੜਕੂਆਂ ਦਾ ਪਾਸਾ ਕਮਜ਼ੋਰ ਪੈ ਗਿਆ। 13 ਮਈ ਨੂੰ ਹਥਿਆਰ ਸੁੱਟਣ ਵਾਸਤੇ ਆਖਣ ਤੇ ਕੁਝ ਹੋਰ ਮੁਸਾਫਰ, ਔਰਤਾਂ ਅਤੇ ਬੱਚੇ ਬਾਹਰ ਆ ਗਏ। 14 ਮਈ ਨੂੰ ਕਾਰ ਸੇਵਾ ਵਾਲੇ ਉੱਤਮ ਸਿੰਘ ਦੇ ਸੇਵਾਦਾਰ ਬਾਹਰ ਆ ਗਏ। ਇਸੇ ਦਿਨ ਰਾਮਗੜੀਆ ਬੁੰਗੇ ਤੋਂ ਤੋਪਾਂ ਦੇ ਗੋਲੇ ਮਾਰ ਕੇ ਖਾੜਕੂਆਂ ਨੂੰ ਖਤਮ ਕਰਨ ਦੇ ਲਈ ਫੌਜ ਨੇ ਸਾਰਾ ਜ਼ੋਰ ਲਾਇਆ, ਪਰ ਕਾਮਯਾਬੀ ਨਾ ਮਿਲੀ। 13 ਤੇ 14 ਮਈ 1988 ਦਰਬਾਰ ਸਾਹਿਬ ਸ਼ਹੀਦਾਂ ਦੇ ਵਿੱਚ ਸ਼ਹੀਦ ਹੋਣ ਵਾਲਿਆਂ ਦੇ ਵਿੱਚ ਦਰਸ਼ਨ ਸਿੰਘ ਪੁੱਤਰ ਹਰਨਾਮ ਸਿੰਘ ਵਾਸੀ ਜੋਗੇਵਾਲਾ, ਤਹਿਸੀਲ ਜ਼ੀਰਾ, ਫਿਰੋਜ਼ਪੁਰ ਜਗਤਾਰ ਸਿੰਘ ਦੇ ਕਾਰ ਸੇਵਾ ਵਾਲੇ ਜੱਥੇ ਵੀ ਸਨ। 13 ਮਈ 1988 ਦਿਨ ਪੰਜਾਬ ਪੁਲਿਸ ਨੇ ਭਾਗ ਸਿੰਘ ਵਾਸੀ ਘੜਿਆਲ ਫਿਰੋਜ਼ਪੁਰ ਨੂੰ ਨਕਲੀ ਮੁਕਾਬਲੇ ਦੇ ਵਿੱਚ ਸ਼ਹੀਦ ਕਰ ਦਿੱਤਾ। 13 ਮਈ 1990 ਦਿਨ ਪੰਜਾਬ ਪੁਲਿਸ ਨੇ ਬਲਵਿੰਦਰ ਸਿੰਘ ਉਰਫ ਬੋਲਾ ਵਾਸੀ ਛੋਟਾ ਨਰੰਗਵਾਲ ਲੁਧਿਆਣਾ, ਪ੍ਰਗਟ ਸਿੰਘ ਸਮਰਾ ਵਾਸੀ ਮਾੜੀ, ਅਵਤਾਰ ਸਿੰਘ ਬਿੱਲਾ ਵਾਸੀ ਬੈਂਕਾਂ, ਸੁਖਦੇਵ ਸਿੰਘ ਸੰਧੂ ਵਾਸੀ ਭਗਵਾਨਪੁਰਾ ਨੂੰ ਨਕਲੀ ਮੁਕਾਬਲਿਆਂ ਦੇ ਵਿੱਚ ਸ਼ਹੀਦ ਕਰ ਦਿੱਤਾ। 13 ਮਈ 1991 ਦਿਨ ਪੁਲਿਸ ਨੇ ਗੁਰਮੇਜ ਸਿੰਘ ਪੁੱਤਰ ਲੱਖਾ ਸਿੰਘ ਵਾਸੀ ਪਥਰਾਲੀ ਅਤੇ ਬੀਬੀ ਬਲਵਿੰਦਰ ਕੌਰ ਪਤਨੀ ਹਰਨਾਮ ਸਿੰਘ ਵਾਸੀ ਚੌਧਰੀ ਵਾਲਾ ਨੂੰ ਨਕਲੀ ਮੁਕਾਬਲਿਆਂ ਦੇ ਵਿੱਚ ਸ਼ਹੀਦ ਕਰ ਦਿੱਤਾ। 13 ਮਈ 1992 ਦਿਨ ਦਲਜੀਤ ਸਿੰਘ ਬੱਬੂ ਉਰਫ ਬਾਬੂ ਛੋਟਾ ਗੋਰਾ ਨੂੰ ਪੁਲਿਸ ਨੇ ਚੌਂਕ ਮਹਿਤਾ ਦੇ ਵਿੱਚ ਨਕਲੀ ਮੁਕਾਬਲੇ ਦੇ ਵਿੱਚ ਸ਼ਹੀਦ ਕਰ ਦਿੱਤਾ। 13 ਮਈ 2007 ਦੇ ਦਿਨ ਜਲੰਧਰ ਦੀ ਅਜੀਤ ਅਖਬਾਰ ਨੇ ਸਰਸਾ ਦੇ ਬਦਨਾਮ ਸਾਧ ਗੁਰਮੀਤ ਰਾਮ ਦਾ ਇੱਕ ਇਸ਼ਤਿਹਾਰ ਛਾਪਿਆ ਸੀ, ਜਿਸ ਦੇ ਵਿੱਚ ਉਸ ਦੀ ਇੱਕ ਤਸਵੀਰ ਵੀ ਸੀ, ਜਿਸ ਦੇ ਵਿੱਚ ਉਸ ਨੇ ਗੁਰੂ ਗੋਬਿੰਦ ਸਿੰਘ ਸਾਹਿਬ ਵੱਲੋਂ ਖੰਡੇ ਦੀ ਪਾਹੁਲ ਸ਼ੁਰੂ ਕਰਨ ਦੇ ਦਿਨ ਦੇ ਦ੍ਰਿਸ਼ ਦੀ ਨਕਲ ਦਾ ਡਰਾਮਾ ਕੀਤਾ। ਉਹਨਾਂ ਦੀ ਤਸਵੀਰ ਵਾਂਗੂ ਹੀ ਪਹਿਰਾਵਾ, ਅੰਮ੍ਰਿਤ ਦੀ ਥਾਂ ਤੇ ਦੁੱਧ ਅਤੇ ਸ਼ਰਬਤ ਵਾਲਾ ਪਾਣੀ ਅਤੇ ਪੰਜਾਂ ਪਿਆਰਾਂ ਦੀ ਨਕਲ ਵਗੈਰਾ ਨਵੀਂ ਰਹਿਤ ਦਾ ਪ੍ਰਚਾਰ ਸੀ। ਗੁਰਮੀਤ ਰਾਮ ਦਾ ਮਕਸਦ ਖੰਡੇ ਦੀ ਪਾਹੁਲ ਅਤੇ ਗੁਰੂ ਸਾਹਿਬ ਨੂੰ ਮਜ਼ਾਕ ਬਣਾ ਕੇ ਪੇਸ਼ ਕਰਨਾ ਅਤੇ ਸਿੱਖਾਂ ਨੂੰ ਚਿੜਾਉਣਾ ਸੀ। ਇਸ ਮਗਰੋਂ ਪੰਜਾਬ ਦੇ ਵਿੱਚ ਬਹੁਤ ਤੂਫਾਨ ਉੱਠਿਆ, ਕਈ ਮੌਤਾਂ ਹੋਈਆਂ ਤੇ ਬਹੁਤ ਸਾਰੇ ਲੋਕ ਜ਼ਖਮੀ ਹੋਏ। ਚੌਕ ਮਹਿਤਾ ਦੇ ਹਰਨਾਮ ਧੂਮਾ ਤੇ ਹੋਰ ਸਾਧਾਂ ਨੇ ਸਿੱਖਾਂ ਨੂੰ ਮੂਰਖ ਬਣਾ ਕੇ ਭੜਕਾ ਕੇ ਅੰਦਰੋਂ ਅੰਦਰੀ ਗੁਰਮੀਤ ਰਾਮ ਅਤੇ ਸਰਕਾਰ ਦੇ ਨਾਲ ਸੌਦੇਬਾਜ਼ੀ ਕਰ ਲਈ ਸੀ ਅਤੇ ਸਿੱਖਾਂ ਦਾ ਜਾਨੀ ਮਾਲੀ ਨੁਕਸਾਨ ਕਰਵਾਇਆ। ਸਿੱਖਾਂ ਦੀ ਇਸ ਮਾਮਲੇ ਦੇ ਵਿੱਚ ਹੇਠੀ ਵੀ ਕਰਵਾਈ।
13 ਮਈ 2011 ਦੇ ਦਿਨ ਭਾਰਤ ਸਰਕਾਰ ਨੇ ਪ੍ਰਵਾਸੀ ਸਿੱਖਾਂ ਦੀ ਬਲੈਕ ਲਿਸਟ ਦੇ ਵਿੱਚੋਂ 141 ਨਾਂ ਕੱਢ ਦੇਣ ਦਾ ਐਲਾਨ ਕੀਤਾ ਅਤੇ ਕਿਹਾ ਕਿ ਹੁਣ ਸਿਰਫ 35 ਸਿੱਖਾਂ ਦੇ ਨਾਂ ਇਸ ਲਿਸਟ ਦੇ ਵਿੱਚ ਰਹਿ ਗਏ ਨੇ। ਇੱਥੇ ਦੱਸ ਦਈਏ ਕਿ 1984 ਤੋਂ ਮਗਰੋਂ ਹਜ਼ਾਰਾਂ ਪ੍ਰਵਾਸੀ ਸਿੱਖਾਂ ਨੂੰ ਬਲੈਕ ਲਿਸਟ ਦੇ ਵਿੱਚ ਜੋੜ ਦਿੱਤਾ ਗਿਆ ਸੀ। ਇਹ ਉਹ ਸਿੱਖ ਸਨ ਜਿਨ੍ਹਾਂ ਨੇ ਜੂਨ 1984 ਦੇ ਵਿੱਚ ਦਰਬਾਰ ਸਾਹਿਬ ਤੇ ਭਾਰਤੀ ਫੌਜਾਂ ਦੇ ਹਮਲੇ ਦੇ ਖਿਲਾਫ ਰੋਸ ਤੇ ਰੋਹ ਜ਼ਾਹਰ ਕੀਤਾ ਸੀ। ਪਹਿਲਾਂ ਸਿਮਰਨਜੀਤ ਸਿੰਘ ਮਾਨ ਵੱਲੋਂ ਮਾਰਚ 2003 ਦੇ ਵਿੱਚ ਉੱਘੇ ਸਿੱਖ ਇਤਿਹਾਸਕਾਰ ਡਾਕਟਰ ਹਰਜਿੰਦਰ ਸਿੰਘ ਦਲਗੀਰ ਨੂੰ ਦੁਬਾਰਾ ਬਲੈਕਲਿਸਟ ਕਰਨ ਦੇ ਖਿਲਾਫ ਹਿਊਮਨ ਰਾਈਟਸ ਕਮਿਸ਼ਨ ਦੇ ਵਿੱਚ ਕੀਤੀ ਪਟੀਸ਼ਨ ਸੰਬੰਧੀ ਜਵਾਬ ਤਲਬੀ ਦੇ ਵਿੱਚ ਭਾਰਤ ਸਰਕਾਰ ਦੀ ਹੋਮ ਮਿਨਿਸਟਰੀ ਨੇ 10 ਅਪ੍ਰੈਲ 2003 ਦੇ ਦਿਨ ਡਾਕਟਰ ਦਲਗੀਰ ਦਾ ਨਾਂ ਇਸ ਲਿਸਟ ਦੇ ਵਿੱਚੋਂ ਕੱਢਣਾ ਮੰਨ ਲਿਆ ਅਤੇ ਉਹਨਾਂ ਤੋਂ ਮਗਰੋਂ 353 ਨਾਂ ਹੋਰ ਕੱਢ ਦਿੱਤੇ। 6 ਅਗਸਤ ਨੂੰ ਇਸ ਦੇ ਵਿੱਚ ਸਿਰਫ 141 ਨਾਂ ਰਹਿ ਗਏ ਸਨ। ਰਿਪੋਰਟ ਹਿਊਮਨ ਰਾਈਟਸ ਕਮਿਸ਼ਨ 12 ਨਵੰਬਰ 2003। ਇਸ ਤੋਂ ਮਗਰੋਂ ਫਿਰ ਕਈ ਹੋਰ ਸਿੱਖ ਬਲੈਕਲਿਸਟ ਕਰ ਦਿੱਤੇ ਗਏ ਅਤੇ ਇਹ ਗਿਣਤੀ ਫਿਰ 169 ਤੱਕ ਪਹੁੰਚ ਗਈ ਸੀ। ਫਿਰ 13 ਮਈ 2011 ਦੇ ਦਿਨ ਇਹਨਾਂ ਦੇ ਵਿੱਚੋਂ 142 ਨਾਂ ਕੱਢ ਦਿੱਤੇ ਗਏ। ਭਾਵੇਂ ਇਸ ਦਿਨ ਸਿਰਫ 27 ਨਾਂ ਬਾਕੀ ਸਨ, ਪਰ ਇਸ ਦੇ ਬਾਵਜੂਦ ਵੱਡੀ ਗਿਣਤੀ ਦੇ ਵਿੱਚ ਸਿੱਖਾਂ ਨੂੰ ਅਣਐਲਾਨੇ ਤੌਰ ਤੇ ਵੀ ਬਲੈਕਲਿਸਟ ਕੀਤਾ ਹੋਇਆ ਸੀ। 13 ਮਈ 2021 ਦੇ ਦਿਨ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਕਾਰਜਕਾਰੀ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਨੇ ਕਿਹਾ ਕਿ ਰਾਜਸਥਾਨ ਦੇ ਜ਼ਿਲ੍ਹਾ ਭਰਤਪੁਰ ਦੇ ਕਸਬਾ ਸੀਕਰੀ ਵਿਖੇ ਇੱਕ ਸਿੱਖ ਨੌਜਵਾਨ ਦੇ ਨਾਲ ਕੁਝ ਸ਼ਰਾਰਤੀ ਅਨਸਰਾਂ ਵੱਲੋਂ ਕੀਤੀ ਗਈ ਕੁੱਟਮਾਰ ਬਹੁਤ ਹੀ ਮੰਦਭਾਗੀ ਘਟਨਾ ਹੈ। ਇਸ ਘਟਨਾ ਦੀ ਸਖਤ ਸ਼ਬਦਾਂ ਦੇ ਵਿੱਚ ਨਿਖੇਧੀ ਕਰਦਿਆਂ ਉਹਨਾਂ ਨੇ ਸ਼੍ਰੋਮਣੀ ਕਮੇਟੀ ਨੂੰ ਇਹ ਹੁਕਮ ਦਿੱਤਾ ਕਿ ਇਸ ਘਟਨਾ ਦੀ ਡੂੰਘਾਈ ਦੇ ਨਾਲ ਜਾਂਚ ਕੀਤੀ ਜਾਵੇ ਅਤੇ ਮੁਲਜ਼ਮਾਂ ਦੇ ਖਿਲਾਫ ਬਣਦੀ ਕਾਨੂੰਨੀ ਕਾਰਵਾਈ ਕੀਤੀ ਜਾਵੇ। ਸ਼੍ਰੋਮਣੀ ਕਮੇਟੀ ਦੀ ਪ੍ਰਧਾਨ ਬੀਬੀ ਜਗੀਰ ਕੌਰ ਅਤੇ ਮੁੱਖ ਸਕੱਤਰ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਨੇ ਰਾਜਸਥਾਨ ਦੇ ਵਿੱਚ ਸਿੱਖ ਨੌਜਵਾਨ ਦੀ ਕੁੱਟਮਾਰ ਕਰਨ ਅਤੇ ਕੇਸਾਂ ਦੀ ਬੇਅਦਬੀ ਦੀ ਸਖਤ ਸ਼ਬਦਾਂ ਦੇ ਵਿੱਚ ਨਿਖੇਧੀ ਕੀਤੀ ਅਤੇ ਕਿਹਾ ਕਿ ਰਾਜਸਥਾਨ ਦੇ ਵਿੱਚ ਵਾਪਰੀ ਇਹ ਘਟਨਾ ਅਤੀ ਦੁਖਦਾਈ ਹੈ, ਜਿਸ ਦੇ ਨਾਲ ਸਿੱਖ ਕੌਮ ਦੇ ਮਨਾਂ ਦੇ ਵਿੱਚ ਭਾਰੀ ਰੋਸ ਅਤੇ ਰੋਹ ਫੈਲਿਆ। ਇਸੇ ਸਿੱਖ ਇਤਿਹਾਸ ਦੇ ਵਿੱਚ 13 ਮਈ ਦਾ ਦਿਨ। ਤੁਸੀਂ ਸੁਣਦੇ ਰਹੋ ਪੰਜਾਬੀ ਰੇਡੀਓ USA।